सत श्री अकाल जी, तुसी वेख रहे हो जी प्राइम अमेरिका ते मैं हां मनिंदर कौर। पंजाबी खबरां दा बुलेटिन लैके हाजिर हां। दस्सिए कि कोटकपुरा पुलिस गोलीकांड ਦੀ ਜਾਂਚ ਲਈ ਨਵੀਂ ਟੀਮ ਗਠਿਤ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਪੁਲਿਸ ਗੋਲੀकांड ਦੀ ਜਾਂਚ ਲਈ 3 ਸੀਨੀਅਰ ਪੁਲਿਸ ਅਧਿਕਾਰੀਆਂ ਤੇ ਅਪਰਾਧਿਕ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀकांड ਦੀ ਜਾਂਚ ਨੂੰ ਤਰਜੀਹੀ ਆਧਾਰ ਤੇ 6 ਮਹੀਨਿਆਂ ਵਿੱਚ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਗਠਿਤ SIT ਅਤੇ ADGP विजिलेंस ब्यूरो LK यादव, पुलिस कमिश्नर लुधियाना राकेश अग्रवाल ਅਤੇ DIG फरीदकोट रेंज सुरजीत सिंह शामिल ने, जो कोटकपुरा गोलीबारी ਦੀਆਂ ਘਟਨਾਵਾਂ ਦੇ ਸੰਬੰਧ ਵਿੱਚ ਦਰਜ 2 FIR ਦੀ ਜਾਂਚ ਕਰਨਗੇ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ SIT ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਵੇਗੀ, ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਜਾਂਚ ਵਿੱਚ ਕੋਈ ਵੀ ਅੰਦਰੂਨੀ ਜਾਂ ਬਾਹਰੀ ਤੌਰ ਤੇ ਦਖਲ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਆਦੇਸ਼ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਕਿ SIT ਸਾਂਝੇ ਤੌਰ ਤੇ ਕੰਮ करेगी ਅਤੇ ਇਸ ਦੇ ਸਾਰੇ ਮੈਂਬਰ ਤਫਤੀਸ਼ ਦੀ ਸਾਰੀ ਕਾਰਵਾਈ ਅਤੇ ਅੰਤਿਮ ਰਿਪੋਰਟ ਤੇ ਆਪਣੇ ਦਸਤਖਤ ਕਰਨਗੇ। ਦੱਸ ਦਈਏ ਕਿ ਭਾਰਤ ਦੇ ਹਵਾਈ ਜਹਾਜ਼ਾਂ ਨਾਲ ਲੈਸ ਸਮੁੰਦਰੀ ਜੰਗੀ ਬੇੜੇ INS ਵਿਕਰਮਾਦਿੱਤਿਆ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਜਲ ਸੈਨਾ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ ਅੱਗ ਬੁਝਾ ਦਿੱਤੀ ਗਈ ਹੈ ਅਤੇ ਸਮੁੰਦਰੀ ਜਹਾਜ਼ ਵਿੱਚ ਸਵਾਰ ਸਾਰੇ ਕਰਮਚਾਰੀ ਵੀ ਸੁਰੱਖਿਅਤ ਨੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਡਿਊਟੀ ਤੇ ਮੌਜੂਦ ਕਰਮਚਾਰੀਆਂ ਨੇ ਜਲ ਸੈਨਿਕਾਂ ਦੀ ਰਹਿਣ ਵਾਲੀ ਥਾਂ ਤੋਂ ਧੂਆਂ ਉੱਠਦਾ ਵੇਖਿਆ। ਸਮੁੰਦਰੀ ਜਹਾਜ਼ ਤੇ ਮੌਜੂਦਾ ਕਰਮਚਾਰੀਆਂ ਨੇ ਅੱਗ ਬੁਝਾਉਣ ਲਈ ਤੁਰੰਤ ਕਾਰਵਾਈ ਕੀਤੀ। ਮਾਮਲੇ ਦੀ ਜਾਂਚ ਤੇ ਹੁਕਮ ਦੇ ਦਿੱਤੇ ਗਏ ਨੇ। ਦੱਸਣਯੋਗ ਹੈ ਕਿ ਇਹ ਸਮੁੰਦਰੀ ਬੇੜਾ ਰੂਸ ਤੋਂ ਖਰੀਦਿਆ ਗਿਆ ਸੀ। कांग्रेस आगू राहुल गांधी ने दोष लगाया कि सरकार की कथित नाकामी ने देश ਨੂੰ ਮੁੜ ਕੌਮੀ ਲੌਕਡਾਊਨ ਕਿਨਾਰੇ ਲਿਆ ਕੇ ਖੜਾ ਕਰ ਦਿੱਤਾ ਹੈ। ਉਹਨਾਂ ਦੇਸ਼ ਦੇ ਗਰੀਬ ਵਰਗ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਤੇ ਖੁਰਾਕੀ ਸੁਰੱਖਿਆ ਵੀ ਮੁਹੱਈਆ ਕਰਨ ਦੀ ਅਪੀਲ ਕੀਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਸੁਝਾਅ ਦਿੱਤਾ ਕਿ ਸਰਕਾਰ ਨੂੰ ਇਸ ਸਮੇਂ ਲੌਕਡਾਊਨ ਕਾਰਨ ਪੈਣ ਵਾਲੇ ਵਿੱਤੀ ਪ੍ਰਭਾਵ ਬਾਰੇ ਨਹੀਂ ਸੋਚਣਾ ਚਾਹੀਦਾ, ਕਿਉਂਕਿ ਇਸ ਸਮੇਂ ਮਨੁੱਖਤਾ ਬਚਾਉਣਾ ਸਮੇਂ ਦੀ ਲੋੜ ਹੈ। ਉਹਨਾਂ ਦੋਸ਼ ਲਾਇਆ ਕਿ ਤੁਹਾਡੀ ਸਰਕਾਰ ਕੋਲ ਕੋਰੋਨਾ ਵਾਇਰਸ ਦੇ ਟੀਕਾਕਰਨ ਰਣਨੀਤੀ ਬਾਰੇ ਸਪਸ਼ਟਤਾ ਨਹੀਂ ਸੀ ਅਤੇ ਤੁਸੀਂ ਸਮੇਂ ਤੋਂ ਪਹਿਲਾਂ ਹੀ ਸਮਝ ਲਿਆ ਹੈ ਕਿ ਤੁਸੀਂ ਮਹਾਮਾਰੀ ਤੇ ਜਿੱਤ ਹਾਸਿਲ ਕਰ ਲਈ ਹੈ। ਹੁਣ ਦੇਸ਼ ਖਤਰਨਾਕ ਹਾਲਾਤ 'ਚ ਪੁੱਜ ਚੁੱਕਿਆ ਹੈ ਤੇ ਮਹਾਮਾਰੀ ਸੁਨਾਮੀ ਵਾਂਗ ਫੈਲ ਰਹੀ ਹੈ। ਉਹਨਾਂ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਪ੍ਰਬੰਧ ਦੀਆਂ ਨਾਕਾਮੀਆਂ ਸਾਹਮਣੇ ਆ ਚੁੱਕੀਆਂ ਨੇ ਤੇ ਸਰਕਾਰ ਦੀ ਨਾਕਾਮੀ ਨੇ ਦੇਸ਼ ਨੂੰ ਇੱਕ ਹੋਰ ਵੱਡੇ ਕੌਮੀ ਲਾਕਡਾਊਨ ਦੇ ਕੰਢੇ ਤੇ ਖੜਾ ਕਰ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਲੋਕਾਂ ਨੂੰ ਮੌਜੂਦਾ ਸੰਕਟ ਤੋਂ ਬਚਾਉਣ ਲਈ ਸਰਕਾਰ ਨੂੰ ਹਰ ਗਰੀਬ ਪਰਿਵਾਰ ਦੇ ਖਾਤੇ ਵਿੱਚ 6000 ਰੁਪਏ ਪਾਉਣੇ ਚਾਹੀਦੇ ਨੇ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਆਪਣੀਆਂ ਸਾਰੀਆਂ ਤਾਕਤਾਂ ਦੀ ਵਰਤੋਂ ਕਰੋ, ਪਰ ਲੋਕਾਂ ਨੂੰ ਬੇਵਜ੍ਹਾ ਦੀ ਹੋ ਰਹੀ ਖੱਜਲ ਖੁਆਰੀ ਤੋਂ ਬਚਾਇਆ ਜਾਵੇ। ਵਿਜੀਲੈਂਸ ਬਿਊਰੋ ਰੇਂਜ ਵੱਲੋਂ ਅੱਜ BDA ਬਠਿੰਡਾ ਦੇ ਕਲਰਕ ਜਗਮੀਤ ਸਿੰਘ ਨੂੰ ਕਥਿਤ 3000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। SSP ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਡਾਕਟਰ ਨਰਿੰਦਰ ਭਾਰਗਵ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਜੀਵ ਕੁਮਾਰ ਵਾਸੀ ਮਾਡਲ ਟਾਊਨ ਫੇਸ 1 ਬਠਿੰਡਾ ਨੇ ਵਿਜੀਲੈਂਸ ਬਿਊਰੋ ਬਠਿੰਡਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੇ ਹਾਊਸਿੰਗ ਬੋਰਡ ਕਾਲੋਨੀ ਫੇਸ 1 ਦੇ ਵਿੱਚ LIG ਕੁਆਟਰ ਤੇ ਘਰੇਲੂ ਜ਼ਰੂਰਤ ਕਾਰਨ ਸਟੇਟ ਬੈਂਕ ਆਫ ਇੰਡੀਆ ਕੋਲੋਂ ਕਰਜ਼ਾ ਲੈਣਾ ਸੀ। ਬੈਂਕ ਦੇ ਲੀਗਲ ਐਡਵਾਈਜ਼ਰ ਨੇ ਮਾਲਕੀ ਤਬਦੀਲ ਦੇ ਸਰਟੀਫਿਕੇਟ ਦੀ ਮੰਗ ਕੀਤੀ ਹੈ। ਉਸ ਮਿਤੀ 26 ਮਾਰਚ 2021 ਨੂੰ BDA ਦਫ਼ਤਰ ਬਠਿੰਡਾ ਵਿੱਚ ਸਰਟੀਫਿਕੇਟ ਲੈਣ ਲਈ ਦਰਖਾਸਤ ਦਿੱਤੀ। ਕਰੀਬ 10-12 ਦਿਨਾਂ ਬਾਅਦ ਕਲਰਕ ਜਗਮੀਤ ਸਿੰਘ ਨੇ ਉਸ ਨੂੰ ਫੋਨ ਰਾਹੀਂ ਦੱਸਿਆ ਕਿ ਦਰਖਾਸਤ ਸੰਬੰਧੀ ਦਸਤਾਵੇਜ਼ ਅਧੂਰੇ ਨੇ ਅਤੇ ਉਸ ਨੂੰ ਅਸਲ ਰਜਿਸਟਰੀ ਲਿਆਉਣ ਲਈ ਵੀ ਕਿਹਾ ਗਿਆ। ਅਸਲ ਰਜਿਸਟਰੀ ਦਿਖਾਉਣ ਤੇ ਵੀ ਜਗਮੀਤ ਸਿੰਘ ਨੇ ਕਿਹਾ ਕਿ ਦਸਤਾਵੇਜ਼ ਅਧੂਰੇ ਹੋਣ ਕਾਰਨ ਇਹ ਕੰਮ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਜੇਕਰ ਉਹ 5000 ਰੁਪਏ ਦੇ ਦੇਣਗੇ ਤਾਂ ਉਹ ਸਰਟੀਫਿਕੇਟ ਤਿਆਰ ਕਰਵਾ ਕੇ ਦੇਵੇਗਾ।
ਸ਼੍ਰੀ ਭਾਰਗਵ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਮਜਬੂਰੀ ਵਸ ਉਸ ਨੂੰ 1500 ਰੁਪਏ ਬਤੌਰ ਰਿਸ਼ਵਤ ਦੇ ਦਿੱਤੇ। ਮੁਲਜ਼ਮ ਨੇ ਉਸ ਤੋਂ 3500 ਰੁਪਏ ਹੋਰ ਦੇਣ ਤੇ ਸਰਟੀਫਿਕੇਟ ਦੇਣ ਦੀ ਗੱਲ ਕੀਤੀ ਹੈ ਤੇ ਦੋਵਾਂ ਵਿੱਚ 3000 ਰੁਪਏ ਤੇ ਸਹਿਮਤੀ ਹੋ ਗਈ ਤਾਂ ਸਰਕਾਰੀ ਗਵਾਹ ਬਾਗਬਾਨੀ ਵਿਕਾਸ ਅਫਸਰਾਂ ਗੁਰਜਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਦੀ ਹਾਜ਼ਰੀ ਵਿੱਚ ਡੀਐਸਪੀ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਜਗਮੀਤ ਸਿੰਘ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਕੇਸ ਦਰਜ ਕੀਤਾ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਵੀਕਐਂਡ ਲੋਕਡਾਊਨ ਲਗਾਇਆ ਜਾ ਰਿਹਾ ਹੈ, ਜਿਸ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਦੁਕਾਨ ਬੰਦ ਨਹੀਂ ਹੋਣ ਦਿੱਤੀ ਜਾਵੇਗੀ, ਜਿਸ ਦੇ ਚੱਲਦੇ ਅੱਜ ਵੀਕਐਂਡ ਲੋਕਡਾਊਨ ਲੱਗਣ ਦੇ ਬਾਅਦ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਬਾਹਰ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਰਹੀ। ਉੱਥੇ ਪੁਲਿਸ ਅਧਿਕਾਰੀ ਪਰਵੇਜ਼ ਚੋਪਟਾ ਨੇ ਕਿਹਾ ਹੈ ਕਿ ਕਿਸੇ ਵੀ ਕੀਮਤ ਦੇ ਵਿੱਚ ਬਾਜ਼ਾਰ ਨਹੀਂ ਖੁੱਲ੍ਹਣ ਦਿੱਤੇ ਜਾਣਗੇ ਅਤੇ ਜੋ ਸਰਕਾਰ ਵੱਲੋਂ ਗਾਈਡਲਾਈਨਸ ਜਾਰੀ ਕੀਤੀਆਂ ਜਾ ਰਹੀਆਂ ਨੇ ਉਸ ਦੀ ਪਾਲਣਾ ਕੀਤੀ ਜਾਵੇਗੀ। ਉਹਨਾਂ ਕਿਹਾ ਹੈ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਪੂਰਾ ਹੱਕ ਹੈ, ਲੇਕਿਨ ਦੁਕਾਨਾਂ ਨਹੀਂ ਖੁੱਲ੍ਹਣ ਦਿੱਤੀਆਂ ਜਾਣਗੀਆਂ। ਉਹਨਾਂ ਇਸ ਦੇ ਨਾਲ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਕਿਸਾਨਾਂ ਦੇ ਕਹਿਣ ਤੇ ਦੁਕਾਨ ਖੋਲ੍ਹਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। देखो जी, कोविड महामारी ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਜਿਹੜੀ ਹਦਾਇਤਾਂ ਹੈਗੀਆਂ ਉਹਨਾਂ ਦੀ ਇਨ-ਬਿਨ ਪਾਲਣਾ ਕੀਤੀ ਔਰ ਕਰਾਈ ਜਾਏਗੀ। ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਆਪਣੀ ਸੋਚ ਹੈ, ਉਹਨਾਂ ਨੇ ਆਪਣਾ ਕੰਮ ਕਰਨਾ, ਅਸੀਂ ਆਪਣਾ ਕੰਮ ਕਰਨਾ। ਗਵਰਨਮੈਂਟ ਵੱਲੋਂ ਜਿਹੜੀ ਇਨਸਟਰਕਸ਼ਨਸ ਹੈਗੀਆਂ ਉਹਨਾਂ ਦੀ ਪਾਲਣਾ ਇਨ-ਬਿਨ ਕੀਤੀ ਜਾਏਗੀ। ਦੇਖੋ, ਕਿਸਾਨ ਜਥੇਬੰਦੀਆਂ ਪੀਸਫੁਲ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕਰਦੇ ਆ, ਉਹ ਕਰ ਸਕਦੇ ਨੇ, ਡੈਮੋਕ੍ਰੇਸੀ ਹੈ, ਕਿਸੇ ਨੂੰ ਵੀ ਆਪਣਾ ਰੋਸ ਪ੍ਰਗਟ ਕਰਨ ਦਾ ਅਧਿਕਾਰ ਹੈ। ਤੇ ਜਿਹੜੀਆਂ ਇਹਦੇ ਨਾਲ ਜਿਹੜੀਆਂ ਲਾਕਡਾਊਨ ਸੰਬੰਧੀ ਰੂਲਸ ਜਿਹੜੇ ਬਣੇ ਨੇ, ਜਿਹੜੀ ਇਨਸਟਰਕਸ਼ਨਸ ਆਈਆਂ ਉਹਨਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਦੇਖੋ ਜੀ, ਅਸੀਂ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨੀ ਹੈ ਔਰ ਕਰਾਉਣੀ ਹੈ। ਅਗਰ ਕੋਈ ਦੁਕਾਨਦਾਰ ਦੁਕਾਨ ਖੋਲ੍ਹਦਾ ਹੈ, ਉਹਦੀ ਆਪਣੀ ਮਰਜ਼ੀ ਹੈ, ਕਿਸਾਨਾਂ ਦੀ ਆਪਣੀ ਮਰਜ਼ੀ ਹੈ, ਲੇਕਿਨ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਐਕਟ ਕਰਨਾ ਉਹ ਕਰਨਾ ਹੀ ਕਰਨਾ। ਚਲਾਨ ਕੱਟੇ ਜਾਣਗੇ ਅਗਰ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ, ਜੋ ਵੀ ਕਾਨੂੰਨੀ ਤੌਰ ਤੇ ਕਾਰਵਾਈ ਹੋਏਗੀ ਕਰਾਂਗੇ। ਉੱਥੇ ਹੀ ਵੱਖ-ਵੱਖ ਯੂਨੀਅਨਾਂ ਦੇ ਕਿਸਾਨਾਂ ਨੇ ਜਦੋਂ ਦੁਕਾਨਦਾਰਾਂ ਨੂੰ ਦੁਕਾਨ ਖੋਲ੍ਹਣ ਦੀ ਅਪੀਲ ਕੀਤੀ ਤਾਂ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਖੋਲ੍ਹ ਦਿੱਤਾ ਗਿਆ। ਇਸ ਦੇ ਨਾਲ ਹੀ ਕਿਸਾਨਾਂ ਨੇ ਇਹ ਵੀ ਕਿਹਾ ਕਿ ਅਗਰ ਪੁਲਿਸ ਕਿਸੇ ਵੀ ਦੁਕਾਨਦਾਰ ਤੇ ਕੋਈ ਵੀ ਕਾਰਵਾਈ ਕਰਨ ਪਹੁੰਚਦੀ ਹੈ ਤਾਂ ਦੁਕਾਨਦਾਰ ਸਾਡੇ ਨਾਲ ਸੰਪਰਕ ਕਰਨ। ਉਹਨਾਂ ਕਿਹਾ ਕਿ ਸਰਕਾਰ ਕੋਰੋਨਾ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਦੀ ਅਪੀਲ ਆ ਦੁਕਾਨਦਾਰ ਵੀਰਾਂ ਨੂੰ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੇ ਦਬਾਅ ਥੱਲੇ ਆਉਣ ਦੀ ਲੋੜ ਨਹੀਂ। ਉਹ ਆਪਣੀਆਂ ਦੁਕਾਨਾਂ, ਆਪਣੇ ਕਾਰੋਬਾਰ ਆਪਣੇ ਨੂੰ ਬਿਨਾਂ ਸੰਕੋਚ ਦੇ ਖੋਲ੍ਹਣ। ਕਿਸਾਨ ਅੱਜ ਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦਿੱਤੀ ਗਈ ਆ, ਅਸੀਂ ਨੇ ਵੀ ਕਰੋਨਾ ਦੀ ਆੜ ਦੇ ਥੱਲੇ ਸਰਕਾਰ ਲੋਕਾਂ ਦੀਆਂ ਨੂੰ ਦਬਾਉਣਾ ਚਾਹੁੰਦੀ ਆ। ਕਰੋਨਾ ਦੀ ਆੜ ਦੇ ਵਿੱਚ ਸਰਕਾਰ ਨੇ ਟੱਕਾ ਭੰਨ ਕੇ ਦੂਰਾ ਨਹੀਂ ਕੀਤਾ। ਪੰਜਾਂ ਸਰਕਾਰਾਂ 'ਚ ਸਰਕਾਰ ਦੀ ਨਲਾਇਕੀ ਆ, ਸਰਕਾਰ ਨੇ ਕੀਤਾ ਕੱਖ ਨਹੀਂ ਆ। ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਰਕਾਰ ਜਿਹੜੀ ਆ, ਸਰਕਾਰ ਚਾਹੁੰਦੀ ਆ ਆਪਣੀਆਂ ਨਲਾਇਕੀਆਂ ਛਪਾਉਣਾ ਚਾਹੁੰਦੀ ਆ ਵੀ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਪਾਉਣਾ ਚਾਹੁੰਦੀ ਆ ਵੀ ਜਿਹੜੀ ਸਾਡੀ ਕਰੋਨਾ ਦੇ ਆੜ ਦੇ ਵਿੱਚ ਅਸੀਂ ਨਲਾਇਕੀ ਆਪਣੀ ਛਪਾ ਲਈ। ਅਸੀਂ ਚਾਹਾਂਗੇ ਨਹੀਂ, ਅਸੀਂ ਲੋਕਾਂ ਦਾ ਰੋਜ਼ਗਾਰ ਨਹੀਂ ਖੁੱਸਣ ਦੇਵਾਂਗੇ, ਲੋਕਾਂ ਨੂੰ ਜਿਹੜਾ ਰੋਟੀ ਤੋਂ ਵਾਂਝਾ ਨਹੀਂ ਹੋਣ ਦੇਵਾਂਗੇ। ਲੋਕਾਂ ਦੀ ਰੋਟੀ ਦਾ ਦੁਕਾਨਦਾਰ ਦਾ ਦੁਕਾਨ ਹੀ ਰੋਟੀ ਆ। ਇਸ ਕਰਕੇ ਸਰਕਾਰ ਜੇ ਚਾਹੁੰਦੀ ਹੈ ਵੀ ਲੋਕਾਂ ਨੂੰ ਬੰਦ ਕਰਨਾ, ਅੰਦਰ ਤਾੜਨਾ, ਫਿਰ ਸਰਕਾਰ ਉਹਨਾਂ ਦਾ ਪ੍ਰਬੰਧ ਕਰੇ। ਸਰਕਾਰ ਉਹਨਾਂ ਦੀ ਰੋਟੀ ਦਾ, ਬਿਜਲੀ ਦਾ, ਬੱਚਿਆਂ ਦੀ ਫੀਸ ਦਾ, ਸਾਰਾ ਦਵਾਈ ਦਾ ਸਾਰਾ ਕੁਝ ਪ੍ਰਬੰਧ ਕਰੇ, ਅੰਦਰ ਦੇ ਦੇਵੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਸਰਕਾਰ ਨੇ ਜੇ ਕਰਨਾ ਕੱਖ ਨਹੀਂ ਆ। ਸਰਕਾਰ ਨੇ ਇੱਕ 50 ਪੈਸੇ ਦੀ ਕਿਸੇ ਨੂੰ ਦਵਾਈ ਨਹੀਂ ਦੇਣੀ ਤੇ ਸਰਕਾਰ ਲੋਕਾਂ ਦੀ ਕਾਰੋਬਾਰ ਕੋ ਬੰਦ ਕਰਾ ਰਹੀ ਹੈ। ਇਸ ਕਰਕੇ ਇਸ ਗੱਲ ਦੀ ਅਸੀਂ ਵਿਰੋਧਤਾ ਕਰਦੇ ਹਾਂ, ਸਰਕਾਰ ਦੇ ਫੈਸਲਿਆਂ ਦੀ ਵਿਰੋਧਤਾ ਕਰਦੇ ਹਾਂ। ਅਸੀਂ ਦੁਕਾਨਦਾਰਾਂ ਨੂੰ, ਭਰਾਵਾਂ ਨੂੰ ਬੇਨਤੀ ਆ ਵੀ ਅਸੀਂ ਵੇਖੋ, ਅਸੀਂ ਤੁਹਾਡੇ ਨਾਲ ਆਏ ਹਾਂ, ਅਸੀਂ ਪੂਰਾ ਸਹਿਯੋਗ ਤੇ ਆਏ ਹਾਂ। ਅਸੀਂ ਗਾਂ ਵੀ ਸਦਾ ਦੇਵਾਂਗੇ, ਤੁਸੀਂ ਆਪਣੀਆਂ ਦੁਕਾਨਾਂ ਖਲਾਓ, ਬੇਖੌਫ ਹੋ ਕੇ ਦੁਕਾਨਾਂ ਖੋਲੋ। ਕੋਈ ਸਰਕਾਰ ਦਾ ਫੈਸਲਾ ਆਉਂਦਾ ਵਾ, ਸਰਕਾਰ ਪਰਚੇ ਕਰਦੀ ਹੈ, ਕੁਝ ਵੀ ਕਰਦੀ ਹੈ, ਅਸੀਂ ਨਾਲ ਖੜੇ ਹਾਂ ਤੁਹਾਡੇ। ਅੱਜ ਦੇਖੋ, ਅਸੀਂ ਸੰਯੁਕਤ ਮੋਰਚੇ ਦੇ ਫੈਸਲੇ ਅਨੁਸਾਰ ਅੱਜ ਜਿਹੜਾ ਵਾ ਉਹ ਲੋਕਾਂ ਨੂੰ, ਜਿਹੜਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਸੀ ਕਿ ਆਪਣੇ ਕਾਰੋਬਾਰ ਜਿਹੜਾ ਵਾ ਉਹ ਤੁਸੀਂ ਚਲਾਓ, ਦੁਕਾਨਾਂ ਖੋਲ੍ਹੋ, ਜਿਹੜੇ ਰੇਹੜੀ ਫੜੀ ਵਾਲੇ ਆ ਬਾਕੀ ਸਾਰੇ ਆਪੋ ਆਪਣੇ ਕਾਰੋਬਾਰ ਕਰੋ। ਪਰ ਸਰਕਾਰ ਜਿਹੜਾ ਵਾ ਉਹ ਦਬਾਅ ਕਰਕੇ ਲੋਕਾਂ ਨੂੰ ਜਿਹੜਾ ਦਬਾ ਕੇ ਰੱਖਣਾ ਚਾਹੁੰਦੀ ਹੈ, ਡਰਾ ਕੇ ਰੱਖਣਾ ਚਾਹੁੰਦੀ ਹੈ। ਸਰਕਾਰ ਆਪਣੀਆਂ ਨਲਾਇਕੀਆਂ ਛਪਾਉਣ ਵਾਸਤੇ ਸਿਰਫ ਲਾਕਡਾਊਨ ਦਾ ਸਹਾਰਾ ਲੈ ਰਹੀ ਹੈ, ਜਦੋਂ ਕਿ ਇਦਾਂ ਨਹੀਂ ਹੋਣਾ ਚਾਹੀਦਾ। ਸਰਕਾਰ ਸਹੂਲਤਾਂ ਦੇਵੇ ਲੋਕਾਂ ਨੂੰ। ਸਰਕਾਰ ਪ੍ਰਾਈਵੇਟ ਹਸਪੀਟਲਾਂ ਦੀ ਲੁੱਟ ਜਿਹੜੀ ਉਹ ਬੰਦ ਕਰਾਵੇ, ਜਿਹੜੇ ਹਰ ਰੋਜ਼ ਸਰਕਾਰੀ ਪ੍ਰਾਈਵੇਟ ਹਸਪੀਟਲਾਂ ਦੀ ਲੁੱਟ ਹੋ ਰਹੀ ਹੈ। ਸਰਕਾਰੀ ਮੰਤਰੀ ਸਭ ਜਿਹੜਾ ਵਾ ਅਫਸਰ ਜਿਹੜੇ ਮਿਲੇ ਹੋਏ ਨੇ, ਜੇ ਇੱਕ ਹਸਪੀਟਲ ਦੇ ਵਿੱਚ 6-6 ਲੋਕਾਂ ਦੀ ਮੌਤ ਆਕਸੀਜਨ ਦੀ ਕਮੀ ਕਰਕੇ ਹੁੰਦੀ ਹੈ ਤੇ ਫਿਰ ਜ਼ਿਲ੍ਹੇ ਦਾ ਡੀਸੀ ਕੀ ਕਰ ਰਿਹਾ? ਜ਼ਿਲ੍ਹੇ ਦੇ ਡੀਸੀ ਤੇ ਔਰ ਗ੍ਰਹਿ ਮੰਤਰੀ ਤੇ ਵੀ ਪਰਚਾ ਹੋਣਾ ਚਾਹੀਦਾ ਵਾ। ਉਹਨਾਂ ਤੇ 302 ਲੱਗਣੀ ਚਾਹੀਦੀ ਹੈ ਔਰ ਉਹਨਾਂ ਨੂੰ ਜੇਲ੍ਹਾਂ 'ਚ ਸੁੱਟਣਾ ਚਾਹੀਦਾ ਇਹੋ ਜਿਹੇ ਮੰਤਰੀਆਂ ਨੂੰ ਔਰ ਇਹੋ ਜਿਹੇ ਅਫਸਰਾਂ ਨੂੰ, ਕਿਉਂਕਿ ਸਰਕਾਰ ਆਪਣੀਆਂ ਨਲਾਇਕੀਆਂ ਛਪਾਉਣ ਵਾਸਤੇ ਸਿਰਫ ਲਾਕਡਾਊਨ ਦਾ ਸਹਾਰਾ ਲੈ ਰਹੀ ਹੈ। ਇੱਦਾਂ ਨਹੀਂ ਹੋਣ ਦੇਣਗੇ ਕਿਸਾਨ ਯੂਨੀਅਨਾਂ ਵਾਲੇ। ਕਿਸਾਨ ਯੂਨੀਅਨ
ਕਾਰੋਬਾਰੀਆਂ ਦੇ ਔਰ ਛੋਟੇ ਦੁਕਾਨਦਾਰ ਜਿਹੜੇ ਸਾਰੇ ਰੇਹੜੀ ਫੜੀ ਵਾਲੇ ਹੈਗੇ ਉਹਨਾਂ ਦੇ ਸਭ ਦੇ ਨਾਲ ਆ ਔਰ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਡਟ ਕੇ। ਅੱਜ ਅਸੀਂ ਮਾਰਚ ਇਸੇ ਕਰਕੇ ਕੱਢ ਰਹੇ ਹਾਂ, ਲੋਕਾਂ ਨੂੰ ਜਗਾਉਣ ਵਾਸਤੇ, ਦੁਕਾਨਦਾਰਾਂ ਨੂੰ ਜਗਾਉਣ ਵਾਸਤੇ ਕਿ ਤੁਸੀਂ ਜਾਗੋ, ਅੰਦਰ ਭੁੱਖੇ ਰਹਿ ਕੇ ਮਰੋ ਨਾ। ਜੇ ਕਰੋਨਾ ਹੈ ਤੇ ਉਹਦਾ ਕਰੋਨਾ ਦਾ ਮੁਕਾਬਲਾ ਡਰ ਕੇ ਜਿਹੜਾ ਵਾ ਉਹ ਨਹੀਂ ਹੋਣਾ, ਡਟ ਕੇ ਹੋਣਾ ਵਾ, ਕਿਉਂਕਿ ਡਟ ਕੇ ਮੁਕਾਬਲਾ ਕਰੋ ਨਾ ਕਿ ਡਰ ਕੇ। ਬਸ ਪੰਜਾਬ ਦੇ ਵਿੱਚ ਲੱਗੇ ਲਾਕਡਾਊਨ ਕਾਰਨ ਸਾਰੇ ਮਜ਼ਦੂਰ ਵਰਗ ਦੇ ਲੋਕਾਂ ਦੇ ਕੰਮਕਾਰ ਬਿਲਕੁਲ ਠੱਪ ਹੋ ਗਏ ਨੇ ਅਤੇ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿ ਰਹੇ ਨੇ ਤੇ ਕੰਮ ਬੰਦ ਹੋਣ ਕਾਰਨ ਕੁਝ ਪ੍ਰਵਾਸੀ ਮਜ਼ਦੂਰ ਵਾਪਸ ਆਪੋ ਆਪਣੇ ਪਿੰਡਾਂ ਵੱਲ ਨੂੰ ਵੀ ਚਲੇ ਗਏ ਅਤੇ ਅੰਮ੍ਰਿਤਸਰ 'ਚ ਲੱਗੇ ਲਾਕਡਾਊਨ ਦੌਰਾਨ ਪ੍ਰਵਾਸੀ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਨੇ, ਜਿਸ ਕਾਰਨ ਅੰਮ੍ਰਿਤਸਰ ਵਿੱਚ ਪ੍ਰਵਾਸੀ ਯੁਵਕ ਦਿਨੇਸ਼ ਨੇ ਆਤਮ ਹੱਤਿਆ ਕਰ ਲਈ ਹੈ, ਜਿਸ ਤੋਂ ਬਾਅਦ ਮੌਤ ਦੀ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਦਿਨੇਸ਼ ਗਰਮ ਮਸਾਲਾ ਵੇਚਣ ਦਾ ਕੰਮ ਕਰਦਾ ਸੀ, ਲੇਕਿਨ ਕੁਝ ਦਿਨਾਂ ਤੋਂ ਲੱਗੇ ਲਾਕਡਾਊਨ ਦੌਰਾਨ ਉਸਦਾ ਕੰਮ ਬਿਲकुल ही ठप हो गया, जिस कारण उसने अपनी जान दे दी है। आपका नाम हमारा मुंशी लाल है सर। मुंशी लाल जी, ये जो आत्महत्या की थी, ये आदमी कौन था और आपको क्या लगता था? ये सर हमारे फूफे का लड़का है और यहाँ पे लोग रहते थे। हम तो सुबह पता लगा मेरे को, तब मैं आया इधर। अब देखा इसकी घरवाली भी चली गई थी, हफ्ता 10-12 रोज़ हो गया है, तो उसको भी फ़ोन करके बताया कि आ जाओ, तो वो कहती है मैं आ नहीं सकती हूँ, बच्चे हमारे छोटे छोटे हैं। और इसके ससुर से बात किया तो वो भी बहुत परेशान है सर, वो चलने फिरने लायक है नहीं और वो सब आ नहीं पाएंगे। क्या नाम था सर, क्या काम करते थे हम? इसका नाम क्या था? इसका नाम क्या है? दिनेश नाम है सर। मसाले का काम करता था, फेरी फूरी लगा के बेचते थे। अभी तक पता चला कि क्यों इसने ये कदम उठाया? सर ये तो मालूम नहीं क्या सर, कैसे किया क्या नहीं किया, कोई पता नहीं है सर। ना यहाँ पे किसी काम काज वगैरह की मंदी वगैरह थी? हाँ, काम कुम तो चलता नहीं है सर। बात से यही है कि अब काम वाम चलता नहीं है। घरवाली कहती थी, ये बोला घरवाली को कि ऐसा काम धंधा चलता नहीं, तू घर चली जा, तो अपने बच्चे लेकर घर चली गई। कोई मानसिक टेंशन को घरेलू तनाव तो नहीं सर, कोई नहीं यहाँ पे। अब कोई आगे हम तो कुछ बता नहीं सकते। यहाँ पे नींद नूक ठीक ठाक अपना काम धंधा करता था, उसके बाद में पता नहीं क्या हो गया, रब जाने सर। सर जो सुसाइड हो गया जबरदस्त, जो कौन सी बंदा की काम करता ये ना एक भैया किराए ते रह रहे थे ਤੇ ਇਹਨਾਂ ਨਾ ਰਾਤੀ ਸੁਸਾਈਡ ਕਿਤੇ ਸਵੇਰੇ ਪਤਾ ਲੱਗਾ ਇਹਨਾਂ ਨੂੰ। ਸਵੇਰੇ 8:30 ਵਜੇ ਇਹਨਾਂ ਨੇ ਵੇਖਿਆ ਕਿਤੇ ਇਹਦੀ ਵਾਈਫ ਜਿਹੜੀ ਆ ਉਹ ਤੇ ਨਹੀਂ ਰਹਿ, ਕਿਤੇ ਬਾਹਰ ਗਈ ਹੈ, ਵਾਪਸ ਗਈ ਆ ਆਪਣੇ ਯੂਪੀ। ਇਹਦੇ ਚਾਚੇ ਦਾ ਲੜਕਾ ਤੇ ਇਹਦੀ ਸਾਲੀ ਇੱਥੇ ਸੀ, ਸਾਲੀ ਵੀ ਹੁਣੇ ਆਈ, ਕਿਤੇ ਲਾਗੇ ਕਿਤੇ ਰਹਿ ਰਹੀ ਸੀ, ਚਾਚੇ ਦਾ ਲੜਕਾ ਸੀ। ਉਹਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਕੋਈ ਮੈਰਿਜ ਸੀ, ਉਹਦੇ ਕਾਰਨ ਇਹਦੇ ਘਰ ਦੀ ਗਈ ਇੱਥੇ ਵਾਪਸ। ਤੇ ਇਹਦੇ ਕੋਲ ਕੋਈ ਪੈਸਾ ਪੂਸਾ ਨਹੀਂ ਸੀ, ਇਸੇ ਸਬੰਧ ਵਿੱਚ ਇਹਨੇ ਗਰੀਬੀ ਦਾ ਕਰਕੇ ਜਿਹੜਾ ਇਹ ਕੰਮ ਸਰ ਮਾਨਸਿਕ ਤਣਾਅ ਦੇ ਚੱਲਦੇ ਸੁਸਾਈਡ ਕੀਤੇ ਨੇ। ਉਹ ਜਦੋਂ ਪੈਸੇ ਨਾ ਹੋਣ ਫਿਰ ਮਾਨਸਿਕ ਤਣਾਅ ਥੋੜ੍ਹਾ ਬਹੁਤ ਹੁੰਦਾ ਹੀ ਹੈ। ਕੀ ਕੰਮ ਕਰਦਾ ਸੀ, ਕੀ ਨਾ ਇਹਦਾ? ਇਹ ਮਜ਼ਦੂਰੀ ਕਰਦਾ ਸੀ, ਰੇਹੜੀ ਵਾੜੀ ਲਾਉਂਦਾ ਸੀ, ਮਸਾਲੇ ਦੀ ਰੇਹੜੀ ਵੇਚਦਾ ਸੀ ਵਿਚਾਰਾ। ਕੀ ਨਾਮ ਸੀ? ਦਿਨੇਸ਼ ਸਿੰਘ। ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਕਾਰਵਾਈ 174 ਦੀ ਕਾਰਵਾਈ ਕਰਦੇ ਹਾਂ, ਫਿਰ ਵੇਖੋ ਜਿਹੜੀ ਤਫਤੀਸ਼ ਕਰਾਂਗੇ, ਫਿਰ ਜੋ ਵੀ ਹੋਏਗਾ ਠੀਕ ਹੈ। ਧੰਨਵਾਦ। ਸੋਸ਼ਲ ਮੀਡੀਆ ਤੇ ਇੱਕ ਬੱਚੇ ਦੀ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਇਹ ਬੱਚਾ ਲੁਧਿਆਣੇ ਦਾ ਦੱਸਿਆ ਜਾ ਰਿਹਾ ਹੈ, ਜਿਸ ਦਾ ਨਾਮ ਵੰਸ਼ ਹੈ। ਦੱਸਦੀਏ ਕਿ ਇਹ ਵੰਸ਼ ਜੁਰਾਬਾਂ, ਰੁਮਾਲ ਅਤੇ ਪੌਣੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਬੱਚੇ ਦੀ ਮਾਸੂਮੀਅਤ ਅਤੇ ਉਸਦੀ ਮਜਬੂਰੀ ਚਿਹਰੇ ਤੇ ਸਾਫ਼ ਝਲਕ ਰਹੀ ਸੀ। ਲਗਾਤਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੱਚੇ ਦੀ ਮਦਦ ਕੀਤੀ ਹੈ ਤੇ ਉਹ ਅੱਗੇ ਆਏ ਨੇ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਹਿ ਕੇ ਵੰਸ਼ ਨੂੰ ਫੋਨ ਕੀਤਾ ਅਤੇ ਉਸ ਨਾਲ ਗੱਲਬਾਤ ਕਰਕੇ ਉਸਦੀ ਪੜ੍ਹਾਈ ਦਾ ਪੂਰਾ ਖਰਚਾ ਕਰਨ ਦਾ ਭਰੋਸਾ ਦਿੱਤਾ ਅਤੇ ਉਸ ਨੂੰ ਹਰ ਸੰਭਵ ਮਦਦ ਕਰਨ ਦਾ ਵੀ ਭਰੋਸਾ ਦਿੱਤਾ ਗਿਆ। अच्छी काल बेटा, सच्ची काल मैं नहीं कि जो तुझे अपने परिवार की मदद करेंगे, तुझे जाके फैमिली कुछ सामान बेचते हो। हाँ जी। पर बेटा हम दोनों अच्छी पढ़ाना है, मैंने मिनिस्टर को कहना है कि दोनों तुझे आए हो
नहीं जी नहीं पढ़ चुका मेरा भरा पढ़ चुका वा 10वीं कर रहे हैं नहीं तक 9वीं तक की है बस ने अच्छा कोई गल नहीं बेटा तुझे हम जाके मैं डिप्टी कमिश्नर साहब को कहूंगा तुम स्कूल तो वापस पहुंच और थोड़े परिवार की मदद मैं करूंगा ठीक है ताकि तुम्हें कोई औख ना आए परिवार में और तुझे अपने पढ़ाई मुकाओ ताकि तुझे भी कोई बड़े बन सको आगे जाके जिंदगी में चंगा अच्छा ਸੋ ਪੰਜਾਬੀ ਖਬਰਾਂ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ ਤੇ ਜਿਨ੍ਹਾਂ ਨੇ ਹਾਲੇ ਤੱਕ ਜੀ ਪ੍ਰਾਈਮ ਅਮਰੀਕਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਜੀ ਪ੍ਰਾਈਮ ਅਮਰੀਕਾ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਦੇ ਨਾਲ ਹੀ ਬੈਲ ਆਈਕਨ ਦਾ ਬਟਨ ਹੈ ਉਸ ਤੇ ਵੀ ਜ਼ਰੂਰ ਕਲਿੱਕ ਕਰ ਦੇਣਾ ਤਾਂ ਜੋ ਸਾਡੀ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਇਸ ਦੇ ਨਾਲ ਹੀ ਸਾਡਾ ਫੇਸਬੁੱਕ ਪੇਜ ਤੇ ਵੀ ਅਕਾਊਂਟ ਬਣਿਆ ਹੋਇਆ ਹੈ ਜੀ ਪ੍ਰਾਈਮ ਅਮਰੀਕਾ ਦੇ ਨਾਮ ਤੇ ਸਾਡਾ ਫੇਸਬੁੱਕ ਪੇਜ ਚੱਲ ਰਿਹਾ ਉਸ ਨੂੰ ਵੀ ਜ਼ਰੂਰ ਲਾਈਕ ਕਰਨਾ ਫੋਲੋ ਕਰਨਾ ਤੇ ਹੁਣ ਮੈਨੂੰ ਮਨਿੰਦਰ ਕੌਰ ਨੂੰ ਤੇ ਇਜਾਜ਼ਤ ਵੇਖਦੇ ਰਹੋ ਜੀ ਪ੍ਰਾਈਮ ਅਮਰੀਕਾ। ਸਤਿ ਸ਼੍ਰੀ ਅਕਾਲ।